ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟ ਸਾਹਿਬ ਵੈਲਕਮ ਜੀ, ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ, ਬੜੀ ਕਿਰਪਾ ਜੀ, ਤੁਸੀਂ ਸੁਣਾਓ ਜੀ? ਬਹੁਤ ਵਧੀਆ ਜੀ। ਔਰ ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸਾਂ ਕਿ ਜੋ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਨੇ ਭਾਵੇਂ ਗਏ ਤਾਂ ਉਹ ਇਹ ਸੀਗਾ ਕਿ ਸ਼ਾਇਦ ਹੱਥ ਲਾਉਣਾ ਤੇ ਵਾਪਸ ਆ ਜਾਣਾ, ਪਰ ਕਾਨੂੰਨ ਆਪਣਾ ਕੰਮ ਕਰ ਰਿਹਾ। ਵੱਡੇ ਵੱਡੇ ਲੀਡਰ ਮਿਲ ਕੇ ਆਏ ਨੇ। ਰਾਤੀ ਪਤਾ ਲੱਗਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਪਾਵਲ ਸਾਹਿਬ ਦੀ ਭੈਣ ਜੀ ਵੀ 2 ਘੰਟੇ ਗੱਲਬਾਤ ਕਰਕੇ ਆਏ ਨੇ। ਉਹ ਜਨਮ ਦਿਨ ਹੈ ਉਹਨਾਂ ਦਾ। ਹਾਂਜੀ ਬਿਲਕੁਲ ਜੀ, ਜੀ ਬਿਲਕੁਲ ਜੀ। ਅੱਜ ਉਹਨਾਂ ਦਾ ਜਨਮ ਦਿਨ ਸੀਗਾ ਤੇ ਬਕਾਇਦਾ ਤੌਰ ਤੇ ਸ਼ਿਵਰਾਤਰੀ ਵੀ। ਹਾਂਜੀ, ਪਹਿਲਾਂ ਤਾਂ ਬਹੁਤ ਸਾਰੀਆਂ ਵਧਾਈਆਂ। ਰਾਤੀ ਵੀ ਆਪਾਂ ਗੱਲ ਕੀਤੀ ਸੀ। ਹਾਂਜੀ ਬਿਲਕੁਲ। ਤੇ ਸ਼ਿਵਰਾਤਰੀ ਦੇ ਉੱਤੇ ਬਕਾਇਦਾ ਤੌਰ ਤੇ ਮੇਰੇ ਖਿਆਲ ਛੁੱਟੀ ਹੁੰਦੀ ਹੈ ਤੇ ਮੁਲਾਕਾਤ ਕਿਸੇ ਦੀ ਹੁੰਦੀ। ਜੇ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ ਹੈ ਤੇ ਫਿਰ ਕਹਿ ਸਕਦੇ ਕਿ ਉੱਪਰਲੇ ਅਧਿਕਾਰੀਆਂ ਦੀ ਮਿਹਰਬਾਨੀ ਹੈ। ਹੁਣ ਸੁਖਬੀਰ ਸਿੰਘ ਬਾਦਲ ਹੋਰੀ ਬਕਾਇਦਾ ਤੌਰ ਤੇ ਮੇਨ ਗੇਟ ਤੋਂ ਐਂਟਰ ਹੋਏ ਤੇ ਬਿਕਰਮ ਸਿੰਘ ਮਜੀਠੀਆ ਨਾਲ 2 ਘੰਟੇ ਗੱਲਬਾਤ ਕੀਤੀ ਉਹਨਾਂ ਜੀ। 2 ਘੰਟੇ ਗੱਲਬਾਤ ਕਰਨ ਤੋਂ ਬਾਅਦ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਉਹ ਮੇਨ ਗੇਟ ਤੇ ਨਹੀਂ, ਪਿਛਲੇ ਪਾਸੇ ਗੇਟ ਚ ਉੱਤੇ ਬਾਹਰ ਨਿਕਲੇ। ਬਾਹਰ ਨਿਕਲੇ ਤੇ ਜਿਹੜੀ ਦੀਵਾਰ ਸੀ ਉੱਥੇ ਜੇਲ੍ਹ ਦੀ, ਉਹਦੇ ਨਾਲ ਇੱਕ ਟੈਂਟ ਲਾਇਆ ਸੀ ਬਕਾਇਦਾ ਤੌਰ ਤੇ। ਇਹਨਾਂ ਦੇ ਸਿੱਖਾਂ ਸਲਾਰਾਂ ਨੇ ਭਾਈ ਵੀ ਇੱਥੇ ਆ ਕੇ ਸੁਖਬੀਰ ਸਿੰਘ ਬਾਦਲ ਸਾਨੂੰ ਗੱਲਬਾਤ ਕਰ। ਸੁਖਬੀਰ ਹੋਰੀ ਉੱਥੇ ਆਇਆ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਕਾਂਗਰਸ ਨੂੰ ਪਾਣੀ ਪੀ ਕੇ ਕੋਸਿਆ ਕਿ ਇਹ 5 ਦਿਨ ਦੀ ਪੁਰਾਣੀ ਸਰਕਾਰ ਹੈਗੀ ਆ, ਇਹ ਸਾਨੂੰ ਪ੍ਰੋਪਰਲੀ ਮੁਲਾਕਾਤ ਵੀ ਨਹੀਂ ਕਰਦੀ। ਕਿਆ ਬਾਤ। ਜਦੋਂ ਛੁੱਟੀ ਹੈ ਬਾਕੀ ਕੋਈ ਮਿਲ ਨਹੀਂ ਸਕਦਾ, ਤੁਸੀਂ ਜਾ ਕੇ ਮੁਲਾਕਾਤ ਕਰ ਰਹੇ ਹੋ, ਅੰਦਰ ਜਾ ਕੇ ਬੈਠ ਕੇ ਕਰ ਰਹੇ ਹੋ। ਡਿਊਟੀ ਦੇ ਵਿੱਚ ਜੇ ਤੁਸੀਂ ਕਹਿੰਦੇ ਵੀ ਸਾਨੂੰ ਮੁਲਾਕਾਤ ਨਹੀਂ ਕਰਨੀ, ਠੀਕ ਆ। ਤੁਸੀਂ ਵਧਾਈ ਵੀ ਦਿੱਤੀ, ਗੱਲਬਾਤ ਵੀ ਕੀਤੀ, ਠੀਕ ਆ। ਜਲਦੀ ਸੀ ਬਿਕਰਮ ਸਿੰਘ ਮਜੀਠੀਆ ਬਾਹਰ ਹੋਣਗੇ, ਬਹੁਤ ਚੰਗੀ ਗੱਲ ਆ। ਅਸੀਂ ਵੀ ਕਹਿੰਦੇ ਬਾਹਰ ਹੋਣਾ ਚਾਹੀਦਾ ਉਹਨਾਂ ਨੂੰ। ਲੇਕਿਨ ਜਿਹੜੀ ਗੱਲ ਕੱਲ ਬਕਾਇਦਾ ਤੌਰ ਤੇ ਦਲਜੀਤ ਸਿੰਘ ਮਨਕੀ ਨੇ ਕੀਤੀ, ਉਹ ਚੜ੍ਹਦੀ ਕਲਾ ਚ ਤੇ ਉਹ ਬਕਾਇਦਾ ਤੌਰ ਤੇ ਅੰਦਰ ਜਿਹੜੇ ਕੈਦੀ ਨੇ ਜਾਂ ਉੱਥੇ ਹਵਾਲਾਤੀ ਨੇ ਉਹਨਾਂ ਦੀ ਸ਼ਿਕਾਇਤਾਂ ਸੁਣ ਰਹੇ ਨੇ। ਸ਼ਿਕਾਇਤਾਂ ਸੁਣ ਕੇ ਕਹਿ ਰਹੇ ਵੀ ਸਾਡੀ ਸਰਕਾਰ ਜਿਹੜੀ ਆ 10 ਮਾਰਚ ਨੂੰ ਬਣ ਜਾਣੀ ਹੈ ਤੇ ਤੁਹਾਡੀਆਂ ਸਰਕਾਰਾਂ ਤੁਹਾਡਾ ਜਿਹੜਾ ਪੂਰਾ ਅਮਲ ਕੀਤਾ ਜਾਊਗਾ ਤੁਹਾਡੀ ਗੱਲ ਦੇ। ਹੁਣ ਵੇਖੋ ਉਹ ਕਰਦੇ ਆ ਜਾਂ ਨਹੀਂ ਕਰਦੇ, ਇਹ ਤੇ ਬਾਅਦ ਦੀ ਗੱਲ ਆ। ਲੇਕਿਨ ਹਾਲ ਦੀ ਘੜੀ ਜਿਹੜਾ ਵਾ ਇਹ ਗੱਲ ਬੜੀ ਵੱਡੀ ਗੱਲ ਕਿ ਬਿਕਰਮ ਸਿੰਘ ਮਜੀਠੀਆ ਅੰਦਰ ਸ਼ਿਕਾਇਤਾਂ ਸੁਣ ਰਹੇ ਨੇ, ਕਿਉਂਕਿ ਲੀਡਰ ਨੇ ਸੁਣਨੀਆਂ ਚਾਹੀਦੀਆਂ। ਪਹਿਲਾਂ ਬਕਾਇਦਾ ਤੌਰ ਤੇ ਜਿਹੜੇ ਸੁਖਪਾਲ ਸਿੰਘ ਖਹਿਰਾ ਜਦੋਂ ਅੰਦਰ ਗਿਆ ਸੀ ਉਹ ਵੀ ਅੰਦਰ ਸ਼ਿਕਾਇਤਾਂ ਸੁਣ ਕੇ ਆਏ ਸੀ। ਉਹਨਾਂ ਕਿਹਾ ਸੀ ਅੰਦਰ ਬਹੁਤ ਕੁਛ ਗੱਲਾਂ ਕਰਨ ਵਾਲੀਆਂ ਨੇ, ਲੇਕਿਨ ਉਸ ਤੋਂ ਬਾਅਦ ਉਹ ਬਿਲਕੁਲ ਸਾਇਲੈਂਟ ਹੋ ਗਏ, ਚੁੱਪ ਹੋ ਗਿਆ। ਨਾ ਕੋਈ ਗੱਲ ਨਹੀਂ ਕੀਤੀ ਦੀ ਆਖੀ ਵੀ ਮੈਂ ਸ਼ਿਕਾਇਤਾਂ ਕੀ ਸੁਣੀਆਂ ਤੇ ਅੰਦਰ ਪ੍ਰੋਬਲਮ ਲੋਕਾਂ ਦੀ ਕੀ ਹੈ ਤੇ ਕੀ ਹੋਣੀ ਚਾਹੀਦੀ ਜੀ। ਇਹ ਤੇ ਚਾਵਲਾ ਸਾਹਿਬ ਕੰਧ ਤੇ ਲਿਖਿਆ ਸੱਚ ਜੀ। 50% ਲੋਕ ਉਹ ਨੇ ਜਿਨ੍ਹਾਂ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਨਹੀਂ, ਜਿਨ੍ਹਾਂ ਦੇ ਕੇਸ ਦੀ ਕੋਈ ਪੈਰਵਾਰੀ ਕਰਨ ਵਾਲਾ ਕੋਈ ਨਹੀਂ। ਉਹ 14 ਦਿਨਾਂ ਬਾਅਦ ਆਉਂਦੇ ਆ, ਤਰੀਕ ਪਾ ਦਿੱਤੀ ਜਾਂਦੀ, ਚਲੋ ਆਪਾਂ ਜੇਲ੍ਹ ਚੱਲ ਜਾਓ। ਜੇ ਉਹਨਾਂ ਦਾ ਪੂਰਾ ਸਰਵੇ ਕੀਤਾ ਜਾਵੇ, ਪੂਰਾ ਲੇਖਾ ਕੁੱਤਾ ਜਿਕਰ ਜਿਹੜਾ ਉਹਨੇ ਕੋਈ ਗੁਨਾਹ ਕੀਤਾ ਉਦੋਂ ਵੱਧ ਕਈ ਗੁਣਾ ਕਿਸੇ ਸਜ਼ਾ ਭੁਗਤ ਚੁੱਕੇ ਅੰਦਰ ਜੀ। ਲੇਕਿਨ ਉਹਨਾਂ ਤੇ ਕਿਸੇ ਗੌਰ ਨਹੀਂ ਫਰਮਾਉਣਾ, ਕਿਸੇ ਜੱਜ ਨਹੀਂ ਵੇਖਣਾ, ਕਿਸੇ ਵਕੀਲ ਨਹੀਂ ਵੇਖਣਾ, ਕਿਸੇ ਨਾਇਬ ਕੋਰਟ ਨਹੀਂ ਵੇਖਣਾ, ਕਿਸੇ ਸਰਕਾਰ ਨਹੀਂ ਵੇਖਣਾ ਜੀ। ਜੇ ਇਹ ਵੇਖਿਆ ਜਾਵੇ ਤੇ ਕਾਫੀ ਹੱਦ ਤੱਕ ਜੇਲ੍ਹਾਂ ਦੇ ਵਿੱਚੋਂ ਲੋਕ ਬਾਹਰ ਆ ਸਕਦੇ ਜੀ। 2-3 ਕਹਾਣੀਆਂ ਤੇ ਮੈਂ ਆਪ ਅੱਖੀ ਵੇਖੀਆਂ ਨੇ, ਤਾਂ ਤੁਹਾਨੂੰ ਕਹਿਣ ਡਿਆ ਜੀ। ਇਸ ਕਰਕੇ ਵੇਖੋ ਬਿਕਰਮ ਸਿੰਘ ਮਜੀਠੀਆ ਬਾਹਰ ਆਉਣਗੇ, ਜਿਹੜੇ ਇਹੋ ਜਿਹੇ ਲੋਕ ਫਸੇ ਫਸਾਏ ਨੇ ਉਹਨਾਂ ਦੇ ਜੇ ਕਿਤੇ ਵਕੀਲ ਕਰਕੇ ਕੋਈ ਕੇਸ ਕਰਕੇ ਤੁਹਾਨੂੰ ਛੁਡਾ ਦੇਣ ਤੇ ਚੰਗੀ ਗੱਲ ਜੀ। ਚਲੋ ਜੀ, ਸ਼ਿਵਰਾਤਰੀ ਹੈ ਨਾ ਜੀ ਅੱਜ, ਤੇ ਪਿੰਡ ਪਹੁੰਚ ਗਿਆ ਜੀ ਮੈਂ। ਸ਼ਿਵਰਾਤਰੀ ਦੇ ਵਿੱਚ ਕੀ ਹੁੰਦਾ ਸੀ ਪੱਟੀ ਸਾਹਿਬ, ਪਿੰਡਾਂ ਦੇ ਵਿੱਚ ਬੜਾ ਇੱਕ ਨਵੇਕਲਾ ਜਿਹਾ ਬੜਾ ਪਿਆਰਾ ਮਾਹੌਲ ਹੁੰਦਾ ਸੀ। ਅੱਜ ਤੋਂ ਮਤਲਬ ਜਦੋਂ ਕਹਿ ਲਈਏ ਅਸੀਂ ਮੁੱਛ ਫੁੱਟ ਸੀਗੇ। ਹਾਂਜੀ ਪੱਟੀ ਸਾਹਿਬ ਜੀ।
ਤੇ ਮਤਲਬ ਚਾਹੇ ਗੁਰੂ ਨਾਨਕ ਮਹਾਰਾਜ ਦਾ ਗੁਰਪੁਰਬ ਹੋਣਾ, ਗੁਰੂ ਗੋਬਿੰਦ ਸਿੰਘ ਦਾ, ਭਗਤ ਰਵਿਦਾਸ ਜੀ ਦਾ ਜਾਂ ਗੁਰੂ ਰਵਿਦਾਸ ਜੀ ਕਹਿ ਲਓ, ਜਾਂ ਵਾਲਮੀਕ ਮਤਲਬ ਜਿਹੜੇ ਸੀ ਉਹਨਾਂ ਦਾ ਹੁੰਦਾ ਸੀ। ਤੇ ਸਾਰਾ ਪਿੰਡ ਸਾਡਾ ਪਿੰਡ ਬੜਾ ਕਸਬਾ ਵੱਡਾ ਹੈ, ਫਤਿਆਬਾਦ ਹੈ, ਔਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਲਿਆ ਕੇ ਉਹਨੂੰ ਰਾਜਧਾਨੀ ਜਿਹੜੀ ਆ ਉਹ ਖਾਲਸੇ ਦੀ ਬਣਾਇਆ ਸੀ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਔਰ ਤਹਿਸੀਲ ਸੀ ਸ੍ਰੀ ਤਰਨਤਾਰਨ ਸਾਹਿਬ ਦੀ ਰਜਿਸਟਰੀ ਸਾਡੇ ਪਿੰਡ ਹੋਈ। ਬੜਾ ਇਤਿਹਾਸਕ ਨਗਰ ਹੈ। ਔਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿਸੇ ਇਲਾਕੇ ਨੂੰ ਮੁਗਲਾਂ ਦੇ ਕੋਲੋਂ ਫਤਿਹ ਕੀਤਾ ਹੈ ਤਾਂ ਫਤਿਆਬਾਦ ਹੈ। ਔਰ ਇਹਦੇ 4 ਦਰਵਾਜ਼ੇ ਸੀ, ਬੜਾ ਵੱਡਾ ਕਿਲ੍ਹਾ ਹੈ। ਹੁਣ ਤੇ ਹੌਲੀ ਹੌਲੀ ਉਹਦੇ ਕਿੰਗਰੇਟ ਹੈਗੇ ਨੇ, ਕਬਜ਼ੇ ਕਰਨ ਵਾਲਿਆਂ ਕਰ ਲਏ। ਖੈਰ, ਮੈਂ ਗੱਲ ਕਰ ਰਿਹਾ ਸੀ ਪਿੰਡਾਂ ਦੇ ਵਿੱਚ ਬੜਾ ਵਧੀਆ ਮਾਹੌਲ ਹੁੰਦਾ ਸੀ। ਸਾਡੇ ਪਿੰਡ ਦੇ ਦਾਸ ਜੀ ਹੁੰਦੇ ਸੀ, ਉਹ ਜਗਰਾਤਿਆਂ ਦੇ ਉੱਤੇ ਜਦੋਂ ਫਿਲਮੀ ਤਰਜ਼ਾਂ ਦੇ ਉੱਤੇ ਉਹਨਾਂ ਨੇ ਨਾ ਭੇਟਾਂ ਲਿਖਣੀਆਂ। ਬਚਪਨ ਦੇ ਵਿੱਚ ਨਾ ਕਈ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਬਹਿ ਜਾਂਦੀਆਂ। ਸਾਡੇ ਪੰਡਤ ਸੀ ਪੰਡਤ ਵੈਦ ਜੀ। ਹੁਣ ਮੈਂ ਕਈ ਵਾਰੀ ਕਿਹਾ ਕਿ ਮੈਂ ਜਿਹੜਾ ਹੈ ਜੇ ਕੋਈ ਬਿੱਲੇਵਰ ਪਾੜਾ ਵਾਲੇ ਨੂੰ ਕਹੇ ਕਿ ਸ਼ਹੀਦ ਹੈ, ਖਾੜਕੂ ਹੈ, ਮੈਂ ਉਹਨੂੰ ਸਿਰੇ ਦਾ ਅੱਤਵਾਦੀ ਕਹੂੰਗਾ। ਮਤਲਬ ਅੰਨ੍ਹੇਵਾਹ ਗੋਲੀਆਂ ਚਲਾਈ ਜਾਣੀਆਂ ਤੇ ਇੱਕ ਤਬਕੇ ਦੇ ਲੋਕਾਂ ਨੂੰ ਕੱਢ ਕੇ ਬੱਸਾਂ ਦੇ ਵਿੱਚੋਂ ਮਾਰੀ ਜਾਣਾ ਸਾਹਮਣੇ ਮੇਰੇ, ਭਾਵੇਂ ਮੈਨੂੰ 10-100 ਗਾਲਾਂ ਕੱਢ ਲਓ, ਮੈਂ ਨਹੀਂ ਕਹੂੰਗਾ ਉਹਨੂੰ ਕਿ ਉਹ ਖਾੜਕੂ ਸੀ। ਵੈਦ ਜੀ ਸੀ, ਉਹਨਾਂ ਦੇ 2 ਪੁੱਤ ਕੱਢ ਕੇ ਬੱਸਾਂ ਚੋਂ ਮਾਰੇ। ਪਹਿਲਾ ਸਾਡਾ ਪਿੰਡ ਫਤਿਆਬਾਦ ਜਿੱਥੋਂ ਹਿਜਰਤ ਸ਼ੁਰੂ ਹੁੰਦੀ ਹੈ। ਸਾਰਾ ਪਿੰਡ ਉਹਨਾਂ ਦੇ ਮਤਲਬ ਸਾਰਾ ਪਿੰਡ ਇਹਨਾਂ ਭਾਈਚਾਰੇ ਦੇ ਵਿੱਚ ਕਾਂਜੀ ਡੋਲੀ ਗਈ। ਨਫ਼ਰਤ ਹੈ। ਉਹ ਵੈਦ ਜੀ ਬੋਲਦੇ ਹੁੰਦੇ ਸੀਗੇ ਉਸ ਵਕਤ ਮੈਨੂੰ ਸਮਝ ਨਹੀਂ ਆਉਂਦੀ ਉਹ ਬਾਬਾ ਇਹ ਬਦਲ ਕਿਉਂ ਸੰਸਾਰ ਗਿਆ। ਪਿੰਡ ਦੇ ਵਿੱਚ ਨਾ ਜਦੋਂ ਤੁਸੀਂ ਸੁਣਦੇ ਬਚਪਨ 'ਚ ਗੱਲਾਂ ਯਾਦ ਹੁੰਦੀਆਂ ਤੁਹਾਡੇ। ਘਰ ਘਰ TV ਲੱਗੇ ਨੇ, ਵਾਜੇ ਵੀ ਗਾਉਣ ਸੁਣਾਉਂਦੇ ਨੇ। ਗੁਰੂ ਨਾਨਕ ਮਹਾਰਾਜ ਦੀ ਗੁਰਪੁਰਬ ਦੇ ਮੌਕੇ ਤੇ ਜਦੋਂ ਨਵੇਂ ਐਂਟੀਨਾ ਲੱਗੇ, ਨਵੇਂ TV ਆਏ ਨਾ, ਉਦੋਂ ਉਹਨਾਂ ਨੇ ਵੇਖੋ ਕਿੱਥੇ ਗੁਰੂ ਨਾਨਕ ਮਹਾਰਾਜ ਕੱਟੜਤਾ ਵੇਖੋ ਤੁਸੀਂ। ਮੈਂ ਕੱਟੜਤੇ ਦੀ ਗੱਲ ਕਰਨ ਲੱਗਾ ਅੱਜ। ਕੋਈ ਇਹ ਕਵਿਤਾ ਸੁਣਾਈ ਗੁਰੂ ਨਾਨਕ ਮਹਾਰਾਜ ਜੀ ਨੂੰ ਸੰਬੋਧਨ ਹੋ ਕੇ ਗੁਰੂ ਨਾਨਕ ਮਹਾਰਾਜ ਦੇ ਗੁਰਪੁਰਬ ਦੇ ਮੌਕੇ ਤੇ। ਉਹ ਕਵਿਤਾ ਉਹਨਾਂ ਨੇ ਗਾਈ ਤੇ ਅਜੇ ਤੱਕ ਇੱਕ ਪੈਰਾ ਯਾਦ ਆ ਉਹਦਾ, ਛੋਟੇ ਹੁੰਦਿਆਂ ਸੁਣਿਆ। ਮੈਨੂੰ ਸਮਝ ਨਹੀਂ ਆਉਂਦੀ ਉਹ ਬਾਬਾ ਇਹ ਬਦਲ ਕਿਉਂ ਸੰਸਾਰ ਗਿਆ। ਘਰ ਘਰ TV ਲੱਗੇ ਨੇ, ਵਾਜੇ ਵੀ ਗਾਉਣ ਸੁਣਾਉਂਦੇ ਨੇ। ਟੈਲੀਵਿਜ਼ਨਾਂ ਦੀ ਵੀ ਗੱਲ, ਉਹਦੇ 'ਤੇ ਬੜਾ ਕੁਝ ਦੱਸਿਆ ਕਿ ਆਹ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਠੀਕ ਨਹੀਂ। ਉਦੋਂ ਅੱਜ ਤੋਂ ਕਈ ਵਰੇ ਪਹਿਲਾਂ ਉਹਨਾਂ ਨੇ ਕਹੀ। ਅੱਛਾ, ਜਦੋਂ ਜਾਗਰਣ ਹੁੰਦਾ ਸੀ ਤੇ ਇਹਨਾਂ ਦਿਨਾਂ ਦੇ ਸ਼ਿਵਰਾਤਰੀ ਦੇ ਮੌਕੇ ਤੇ, ਚਾਹੇ ਗੁਰੂ ਨਾਨਕ ਮਹਾਰਾਜ ਦੇ ਗੁਰਪੁਰਬ ਦੇ ਮੌਕੇ ਤੇ, ਪਿੰਡਾਂ ਦੀ ਸਫਾਈ ਹੋਣੀ, ਗਲੀਆਂ ਦੀ ਝੰਡੀਆਂ ਲੱਗਣੀਆਂ, ਕੋਈ ਫਿਰ ਫਰਕ ਹੀ ਨਹੀਂ ਸਿੱਧਾ ਮੁੰਡੇ ਮਤਲਬ ਲੱਗੇ ਹੁੰਦੇ ਸੀਗੇ ਹਿੰਦੂ ਸਿੱਖਾਂ ਦੇ ਸਾਰੇ। ਹਾਂਜੀ, ਮੈਂ ਕਹਿੰਦਾ ਕੋਈ ਜਾਤ ਪਾਤ ਦਾ ਵੀ ਸਾਡੇ ਅਸੀਂ ਕਦੇ ਵੇਖਿਆ ਨਹੀਂ ਉਦੋਂ। ਅੱਜ ਜੇ ਇਹੀ ਕਿਤੇ ਭੇਟਾ ਅੱਜ ਦੇ ਦੌਰ ਦੇ ਵਿੱਚ ਕਿਤੇ ਗਾਉਣੀ ਹੋਵੇ ਤੇ ਮੇਰੇ ਲੱਗਦਾ ਕਿ ਅੱਧੇ ਲੋਕ ਖਫਾ ਹੋ ਜਾਣਗੇ ਉਹਦੇ ਨਾਲ ਵੀ ਤੁਸੀਂ ਆਹ ਲਫ਼ਜ਼ ਲਿਖੇ ਤੇ ਲਿਖੇ ਕਿਵੇਂ, ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਸ਼ਿਵਰਾਤਰੀ ਦੇ ਮੌਕੇ ਤੇ ਗੌਰਜਾਂ ਸ਼ਿਵ ਜੀ ਦੇ ਨਾਲ ਵਿਆਹ ਕਰਦੀ ਹੈ ਤੇ ਗੌਰਜਾਂ ਦੀਆਂ ਸਹੇਲੀਆਂ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਨਹੀਂ ਹੁੰਦਾ ਕਿ ਆ ਕੇ ਬਰਾਤ ਆਉਂਦੀ ਸੀ, ਵੇਖਣ ਜਾਂਦੀਆਂ ਸੀ, ਦੱਸਦੀਆਂ ਸੀ ਹਨਾ ਵੀ ਤੇਰਾ ਲਾੜਾ ਇੱਦਾਂ ਦਾ, ਤੇਰਾ ਲਾੜਾ ਇੱਦਾਂ ਦਾ। ਤੇ ਕਈ ਇਹੋ ਜਿਹੀਆਂ ਹੁੰਦੀਆਂ ਕਿ ਉਹ ਜਾਣ ਕੇ ਟੀਚਰ ਕਰਦੀਆਂ ਕਿ ਉਹ ਤਾਂ ਨਾ ਵੇਖਣ ਨੂੰ ਬੜਾ ਭੈੜਾ ਲੱਗਦਾ ਹਨਾ, ਪਤਾ ਨਹੀਂ ਕੀ ਕਿਹੜਾ ਤੇਰੇ ਨਾਲ ਤੇਰੇ ਮਾਂ ਬਾਪ ਨੇ ਕਿਹੜਾ ਕਿਹੋ ਜਿਹਾ ਵਾਰ ਉਹ ਵਿਆਹ ਸੁਣਾਉਂਦੇ ਹੁੰਦੇ ਸੀ। ਕਹਿੰਦੇ ਸੀ ਕਿ ਮੈਨੂੰ ਯਾਦ ਆ ਗਿਆ ਜੀ, ਸ਼ਿਵ ਸ਼ੰਭੂ ਜੀ ਦੇ ਸਾਥੀ ਭੂਤ ਪ੍ਰੇਤ ਬਰਾਤੀ ਕਰਦੇ ਕਮਾਲ ਗੌਰਜਾਂ। ਹਾਂਜੀ, ਉਹ ਕਹਿੰਦੇ ਬੈਲ ਤੇ ਬੈਠਾ, ਸਹੇਲੀਆਂ ਕਹਿ ਰਹੀਆਂ ਨੇ ਗੌਰਜਾਂ ਨੂੰ ਆ ਕੇ, ਬੈਲ ਤੇ ਬੈਠਾ ਉਹ ਮੋਟਾ ਝੋਟਾ, ਹੱਥ ਵਿੱਚ ਤਰਸੂਲ ਤੀੜ ਲਗੋਟਾ। ਹੁਣ ਅੱਜ ਕੱਲ੍ਹ ਜੇ ਇਹ ਲਫ਼ਜ਼ ਲਿਖਣਾ ਹੋਵੇ ਤਾਂ ਬੜੀ ਸੋਚ ਕੇ ਲਿਖੂਗਾ ਯਾਰ ਮੈਂ ਸ਼ਿਵ ਜੀ ਨੂੰ ਮੋਟਾ ਝੋਟਾ ਲਿਖ ਸਕਦਾ। ਮਤਲਬ ਉਹ ਭੇਸ ਬਦਲਾ ਕੇ ਆਏ ਸੀ ਨਾ ਸ਼ਿਵ ਜੀ ਗੌਰਜਾਂ ਦੇ ਨਾਲ ਵਿਆਹ ਕਰਨ ਵਾਸਤੇ। ਸਹੇਲੀਆਂ ਦੱਸ ਰਹੀਆਂ ਨੇ, ਸ਼ਰਾਰਤ ਨਾਲ ਟਿਚਰਾਂ ਕਰ ਰਹੀਆਂ ਨੇ ਉਹਨੂੰ। ਬੈਲ ਤੇ ਬੈਠਾ ਉਹ ਮੋਟਾ ਝੋਟਾ, ਹੱਥ ਵਿੱਚ ਤਰਸੂਲ ਤੇੜ ਲਗੋਟਾ, ਕੰਨਾਂ ਦੇ ਵਿੱਚ ਉਹਨਾਂ ਠੂਏ ਲਮਕਾਏ, ਗਲਾਂ ਦੇ ਵਿੱਚ ਉਹਨਾਂ ਫਨੀਅਰ ਪਾਏ, ਬਾਟੇ ਤੇ ਬਾਟਾ ਉਹ ਭੱਗਦਾ ਰਹੇ ਨਿਚੜਾ ਨਿਸੁਣ ਗੌਰਜਾਂ। ਮਤਲਬ ਇਹ ਬਚਪਨ ਦੀਆਂ ਜਿਹੜੀਆਂ ਗੱਲਾਂ ਨੇ, ਮਾਹੌਲ ਇਹੋ ਜਿਹਾ ਹੁੰਦਾ ਸੀ ਕਸਬਿਆਂ ਦਾ, ਪਿੰਡਾਂ ਦਾ, ਕਿ ਪਤਾ ਨਹੀਂ ਕਿਸ ਸ਼ਰਾਰਤੀ ਅਨਸਰ ਨੇ ਆ ਕੇ ਦੁੱਧ 'ਚ ਕਾਂਜੀ ਪਾ ਦਿੱਤੀ ਤੇ ਸਾਡਾ ਜਿਹੜਾ ਸਾਰਾ ਭਾਈਚਾਰਾ ਇੱਕ ਦੂਜੇ ਨਾਲ ਮਿਲਵਰਤਨ ਸੀਗਾ ਆ ਕੁਰਸੀ ਦੇ ਭੁੱਖਿਆਂ ਨੇ ਤਾਰ ਤਾਰ ਕਰਤਾ। ਤੇ ਕਸਰ ਅਜੇ ਵੀ ਬਾਕੀ ਕੋਈ ਨਹੀਂ। ਕਸਰ ਅਜੇ ਵੀ ਜਿਹੜੇ ਨਫ਼ਰਤੀ ਲੋਕ ਨੇ ਉਹ ਅਜੇ ਵੀ ਛੱਡ ਨਹੀਂ ਰਹੇ। ਅਜੇ ਵੀ ਉਹਨਾਂ ਦੇ ਵਿੱਚ ਉਸਦਾ ਦੀ ਹੀ ਨਫ਼ਰਤ ਹੈ। ਮੈਂ ਵੇਖਦਾ ਕਿ ਆ ਸੋਸ਼ਲ ਨੈਟਵਰਕ ਮੀਡੀਆ 'ਤੇ ਜਿਹੜੇ ਉਹ ਬੱਚੇ ਫਸੇ ਹੋਏ ਨੇ ਯੂਕਰੇਨ ਦੇ ਵਿੱਚ, ਰੂਸ ਦੇ ਵਿੱਚ, ਇਹ ਉੱਥੇ ਕਰਨ ਕੀ ਗਏ ਸੀ ਕਿ ਦੱਸੋ? ਉਹ ਲਾਂਤੀ ਉਹ ਪੜ੍ਹਨ ਗਏ ਸੀ, ਪੜ੍ਹਾਈ ਕਰਨ ਗਏ ਸੀ, ਫਸ ਗਏ ਉੱਥੇ, ਉਹਨਾਂ ਦਾ ਕੀ ਕਸੂਰ? ਖੈਰ, ਵਾਪਸ ਆਈਏ ਸ਼ਿਵਰਾਤਰੀ ਦੇ ਮੌਕੇ ਤੇ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ ਖਬਰਾਂ ਪੇਸ਼ ਕਰਾਂਗੇ। ਅੰਜੂ ਜੀ ਦੀ ਜਵਾਨੀ ਵੀ, ਪਰੰਤੂ ਭਲਕੇ ਯੂਕਰੇਨ ਤੇ ਰੂਸ ਦੇ ਡਿਪਲੋਮੇਟਾਂ ਦੀ ਦੁਬਾਰਾ ਪੋਲੈਂਡ ਦੇ ਬਾਰਡਰ ਤੇ ਗੱਲਬਾਤ ਹੋਣੀ ਹੈ।
ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹਾਹਾਕਾਰ ਮੱਚੀ ਹੋਈ ਹੈ ਕਿ ਨੇ ਸੋਚਿਆ ਨਹੀਂ ਸੀ ਵੈਸੇ ਕਿ ਪੁਤਨ ਹਰ ਵਾਰੀ ਕਹਿ ਰਿਹਾ ਸੀ ਕਿ ਮੈਂ ਅਟੈਕ ਨਹੀਂ ਕਰੂੰਗਾ, ਪਰ ਉਹਨੇ ਇਹ ਅਟੈਕ ਕਰ ਦਿੱਤਾ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਗੱਲਬਾਤ ਦੀ ਗੱਲ ਆ ਜੀ, ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਕਿ ਤੁਸੀਂ ਸਾਡੇ ਕ੍ਰੀਮੀਆ ਇਲਾਕੇ ਦਾ ਕਬਜ਼ਾ ਕੀਤਾ, ਇੱਕੋ ਛੱਡੋ। ਦੂਸਰਾ ਬਕਾਇਦਾ ਤੌਰ ਤੇ ਤੁਸੀਂ ਜਿਹੜਾ ਸੀਗਾ, ਜਿਹੜੇ ਸਾਡੇ ਫੌਜਵਾੜੀ ਆ ਤੁਸੀਂ ਘੇਰਾ ਪਾਇਆ, ਇਹਨੂੰ ਵਾਪਸ ਲਓ। ਤੇ ਜਿਹੜੀ ਰਸ਼ੀਆ ਕਿਵੇਂ ਵਾਪਸ ਲਏਗਾ? ਕਦੀ ਨਹੀਂ ਲਏਗਾ। ਨਾ। ਉਹ ਕਹਿੰਦੇ ਵੀ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਬਕਾਇਦਾ ਨਾਟੋ ਦੇ ਮੈਂਬਰ ਬਣ, ਤੁਸੀਂ ਵਾਅਦਾ ਕਰਕੇ ਸਾਡੇ ਦਾ ਕਮਿਟਮੈਂਟ ਕਰਕੇ ਜਿਹੜਾ ਸੀ ਉਹ ਫੇਰ ਹੀ ਬਣ ਰਹੇ। ਇੱਕ ਗਲਤੀ ਕੀਤੀ ਯੂਕਰੇਨ ਨੇ, ਬਲੰਡਰ ਗਲਤੀ ਕੀਤੀ ਆ, ਜਿਹਦਾ ਖਮਿਆਜ਼ਾ ਅੱਜ ਭੁਗਤਣਾ ਪਿਆ। 1994 ਦੇ ਵਿੱਚ ਬਕਾਇਦਾ ਤੌਰ ਤੇ ਰਸ਼ੀਆ ਨੇ ਗੱਲ ਕਹੀ ਵੀ ਤੂੰ ਆਪਣੇ ਜਿਹੜੇ ਪਰਮਾਣੂ ਹਥਿਆਰ ਨੇ ਉਹ ਖਤਮ ਕਰ ਦੇ, ਜਾਂ ਸਾਨੂੰ ਦੇ ਦੇ, ਜਾਂ ਹੋਰ ਕਿਸੇ ਨੂੰ ਦੇ ਦੇ, ਇੱਥੇ ਪਰਮਾਣੂ ਨਾ ਰੱਖ, ਤੇਰੀ ਪੂਰੀ ਮਦਦ ਕਰਾਂਗੇ। ਜੇ ਕਿਤੇ ਇਹਦੇ ਕੋਲ ਅੱਜ ਪਰਮਾਣੂ ਅਟੋਮੀ ਹੁੰਦੀ ਤੇ ਰਸ਼ੀਆ ਕਦੀ ਟੈਕ ਨਾ ਕਰ। ਹਾਲੀ ਵੀ ਉਹਨੂੰ ਖਤਰਾ ਵੀ ਸ਼ਾਇਦ ਇਹਦੇ ਕੋਲ ਹੋਵੇ। ਉਹਨੇ ਆਪਣੇ ਜਿਹੜੇ ਪਰਮਾਣੂ ਵਾਲੇ ਨੇ ਉਹਨਾਂ ਨੂੰ ਦੇਖੋ ਤਿਆਰ ਰਹਿਣ ਲਈ ਕਿਹਾ ਵਾ ਵੀ ਜੇ ਕਿਤੇ ਉਹ ਕਰੇ ਤਾਂ ਉਹਦਾ ਮੁਕਾਬਲਾ ਕਿਵੇਂ ਕਰਨਾ। ਲੇਕਿਨ ਉਹਦੇ ਕੋਲ ਹੈ ਹੀ ਨਹੀਂ। ਉਹ ਤੁਸੀਂ ਖੋਲੇ ਉਹਦੇ ਕੋਲ 94 ਦੇ ਵਿੱਚ। ਹੁਣ ਉਹਨੇ ਉਹ ਗਲਤੀ ਕਰ ਲਈ। ਹੁਣ ਉਹ ਕਹਿੰਦਾ ਵੀ ਤੁਸੀਂ ਜਿਹੜੇ ਨਾਟੋ ਦੇ ਮੈਂਬਰ ਬਣ ਰਹੇ, ਦੂਜਿਆਂ ਦੀ ਸ਼ਰ੍ਹਾਂ ਤੇ ਨੱਚ ਰਹੇ ਹੋ, ਤੁਸੀਂ ਗਲਤ ਕਰ ਰਹੇ ਹੋ, ਤੇ ਮੈਂ ਆਪਣੀ ਫੌਜਾਂ ਕਿਵੇਂ ਵਿਡਰਾ ਕਰਾਂ? ਤੁਸੀਂ ਸਾਡੇ ਤੇ ਵਧੀਕੀਆਂ ਕਰ ਰਹੇ ਹੋ। ਤੁਸੀਂ ਬਕਾਇਦਾ ਤਾਂ ਅਸੀਂ ਪਾਈਪਲਾਈਨ ਜਿਹੜੀ ਸੀ ਪੈਸੇ ਵਧਾਏ, ਅਸੀਂ ਪਾਈਪਲਾਈਨ ਪਾ ਲਈ, ਤੁਸੀਂ ਬਲੈਕਮੇਲ ਕਰ ਰਹੇ। ਆਪਾਂ ਪਹਿਲਾਂ ਵੀ ਕਿਹਾ ਸੀ ਵੀ 1-2 ਮੀਟਿੰਗਾਂ 'ਚ ਗੱਲ ਨਹੀਂ ਹੋਣੀ, ਘੱਟੋ ਘੱਟ 3-4 ਮੀਟਿੰਗਾਂ ਹੋਣੀਆਂ, ਫਿਰ ਕਿਤੇ ਹੱਲ ਨਿਕਲੂਗਾ। ਦੂਜੇ ਪਾਸੇ ਜਿਹੜੀ ਗੱਲ ਉਹ ਕਹਿੰਦਾ ਉਹ ਸਖਤ ਤੁਰ ਪਿਆ। ਯੂਰਪੀਅਨ ਯੂਨੀਅਨ ਨੂੰ ਬਕਾਇਦਾ ਕਰਕੇ ਯੂਕਰੇਨ ਨੇ ਇੱਕ ਐਪਲੀਕੇਸ਼ਨ ਦਿੱਤੀ, ਮਨਜ਼ੂਰ ਹੋ ਗਈ, ਪਤਾ ਲੱਗਾ ਉਹ ਮਨਜ਼ੂਰ ਹੋ ਗਈ। ਉਹ ਤੇ ਵੋਟਾਂ ਪੈਣੀਆਂ ਬਕਾਇਦਾ, ਤੇ ਵੋਟਾਂ ਪੈਣੀਆਂ। 28 ਮੈਂਬਰ ਨੇ ਬਣ ਜਾਣਾ। ਜਿੱਦਣ ਉਹ ਮੈਂਬਰ ਬਣ ਗਿਆ ਉਦੋਂ ਨਾਟੋ ਦੀਆਂ ਫੌਜਾਂ ਪੋਲੈਂਡ ਤੋਂ ਵੀ ਰੋਮਾਨੀਆ ਤੋਂ ਜਿਹੜੀ ਚੌਕੀ ਸਿੱਧੀਆਂ ਜਿਹੜੀਆਂ ਉਹ ਰੂਸ ਬਾਰਡਰ ਤੇ ਪਹੁੰਚ ਜਾਣੀ। ਤੇ ਕੀ ਬਣੂਗਾ ਯੂਕਰੇਨ? ਜਿਹੜਾ ਖੁਮੈਨੀ ਉਹਨੇ ਕਿਹਾ ਵੀ ਇਹ ਦੂਸਰਾ ਅਫਗਾਨਿਸਤਾਨ ਬਣੂਗਾ। ਰਸ਼ੀਆ ਨੂੰ ਭੱਜਣਾ ਪਊਗਾ, ਲੇਕਿਨ ਯੂਕਰੇਨ ਨੂੰ ਜਿੱਦਾਂ ਲੜਾਈ ਲੜਿਆ ਤਾਂ ਨਹੀਂ ਲੜਨੀ ਚਾਹੀਦੀ ਜੀ। ਸਾਡੇ ਸੁੱਤੇ ਰਹੇ ਤੇ ਈਰਾਨ ਇਰਾਕ ਵਾਲੇ ਆਪਣੇ ਪਹਿਲਾਂ ਜਿਹੜੇ ਸਿਟੀਜ਼ਨ ਕੱਢ ਕੇ ਗਾਂਗੇ ਉਹ ਲੈ ਕੇ ਕੱਢ ਕੇ ਬੜੇ ਤਰੀਕੇ ਤੋਂ ਲੱਗਾ ਸੀ ਜਗ ਲੱਗ ਜਾਏ। ਹੁਣ ਸਾਡੇ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਕਹਿਤਾ ਸੀ ਪਹਿਲਾਂ ਜੀ, ਜਦੋਂ ਜਹਾਜ਼ ਹੀ ਕੋਈ ਨਹੀਂ ਜਾਣੇ ਕਿੱਥੇ ਹੋ, ਉਹ ਬੰਦੋਬਸਤ ਤੁਸੀਂ ਕਰਨਾ ਸੀ। ਅੱਜ ਵੀ ਜਿਸ ਸਪੀਡ ਨਾਲ ਬੱਚੇ ਕੱਢੇ ਜਾ ਰਹੇ ਆ, ਤੇ ਮੈਨੂੰ ਲੱਗਦਾ ਮਹੀਨਾ ਦੇ ਬੱਚੇ ਨਿਕਲਣੇ ਉੱਥੇ ਸਾਹਿਬ। ਆਰਮੀ ਦੇ ਤੁਹਾਡੇ ਕੋਲ ਜਹਾਜ਼ ਹੈਗੇ ਨੇ, 6 ਜਹਾਜ਼ ਨੇ, ਇੱਕ ਜਹਾਜ਼ ਚ 600 ਬੰਦਾ ਹੁੰਦਾ। ਲਿਆਓ ਉਹਦੇ ਚ ਪਾਣੀ ਤਾਂ ਨਹੀਂ ਹੁੰਦਾ, ਤੁਸੀਂ ਵਰਤੋ ਉਹਨਾਂ ਨੂੰ। ਆਰਮੀ ਦੇ ਜਹਾਜ਼ ਵਾਸਤੇ ਸਪੈਸ਼ਲ ਰੂਟ ਵੀ ਮਿਲਣਾ ਇਹਨਾਂ ਨੂੰ। ਜੇ ਵਾਕਈ ਤੁਸੀਂ ਕੋਈ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਫਿਰ ਤਾਂ ਤੁਹਾਨੂੰ ਕਰਨਾ ਪਊ, ਜੇ ਨਹੀਂ ਮਦਦ ਕਰਨਾ ਚਾਹੁੰਦੇ ਤਾਂ ਫਿਰ ਠੀਕ ਆ। ਇੱਕ ਬੱਚਾ ਜਿਹੜਾ ਸੀ ਉਹ ਬਲਾਸਟ ਵਿੱਚ ਆਪਣਾ ਖਾਣਾ ਦੇਣ ਗਿਆ ਸੀ ਬਾਹਰ, ਤੇ ਉੱਥੇ ਬਲਾਸਟ ਹੋਇਆ ਤੇ ਮਾਰਿਆ ਗਿਆ ਵਿਚਾਰਾ। ਕਰਨਾਟਕਾ ਦਾ ਰਹਿਣ ਵਾਲਾ ਸੀ। ਜੀ 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 ਜੀ, ਬੜੀ ਸੈਡ ਨਿਊਜ਼ ਹੈ ਜੀ। ਅੱਛਾ ਪੱਟੀ ਸਾਹਿਬ, ਸੈਡ ਨਿਊਜ਼। ਯੂਨੀਅਨ ਦਾ 28ਵਾਂ ਮੈਂਬਰ ਬਣਦਾ ਜਾਂ ਨਹੀਂ ਬਣਦਾ, ਅਰਜੀ ਮਨਜ਼ੂਰ ਹੋ ਗਈ, ਪਰ ਬਹੁਤਾਤ ਤੇ ਮੈਨੂੰ ਲੱਗਦਾ ਕਿ ਇੱਕ ਤਰਫਾ ਹੀ ਹੋਣੀ ਹੈ, ਸ਼ਾਇਦ ਫੈਸਲਾ ਹੋ ਜਾਵੇ। ਅੱਛਾ ਜਿਹੜੀ ਇੱਕ ਨਾ ਮਤਲਬ ਆਪਾਂ ਗੱਲ ਕਰਨੀ ਆ ਸ਼੍ਰੋਮਣੀ ਕਮੇਟੀ, ਦੁਬਾਰਾ ਆਪਾਂ ਵਾਪਸ ਉੱਥੇ ਆ ਜਾਈਏ ਕਿਉਂਕਿ ਤੁਹਾਡਾ ਮਤਲਬ ਇੱਥੇ ਪੂਰੀ ਪਕੜ ਹੈ, ਰਹਿ ਨਾ ਜਾਵੇ। ਸ਼੍ਰੋਮਣੀ ਕਮੇਟੀ ਨੇ ਸਿੱਖ ਇਤਿਹਾਸ ਦੀ ਜਿਹੜੀ ਹਿੰਦੀ ਦੀ ਕਿਤਾਬ ਦਾ ਮੁੱਦਾ ਮੁੜ ਚੁੱਕਣ ਦੀ ਨਿੰਦਾ ਕੀਤੀ ਹੈ। ਚਲੋ ਮੰਨ ਲਓ ਤੁਸੀਂ ਉੱਤੇ ਮਿੱਟੀ ਪਾਤੀ, ਪਰ ਪੜ੍ਹਾਇਆ ਕੋ ਜਾ ਰਿਹਾ, ਮੁੱਦਾ ਤੇ ਇਹ ਆ ਜੇ ਪੜ੍ਹਾਇਆ ਜਾ ਰਿਹਾ ਉਹਦੇ ਵਿੱਚ ਸਿੱਖ ਇਤਿਹਾਸ ਦੀ ਹਿੰਦੀ ਦੀ ਕਿਤਾਬ ਲਾਗੂ ਕੀਤੀ ਗਈ ਤਾਂ ਫਿਰ ਮੁੱਦਾ ਚੁੱਕਿਆ ਜਾਇਜ਼ ਆ। ਤੇ ਜੇ ਤੁਸੀਂ ਕਿਤਾਬਾਂ ਸਾਰੀਆਂ ਵਾਪਸ ਲਈਆਂ ਨਹੀਂ, ਤੁਸੀਂ ਨਿਖੇਧੀ ਨਹੀਂ ਕਰਦੇ ਇਹਦੀ, ਤੇ ਫਿਰ ਮੈਂ ਤਾਂ ਰਾਤੀ ਵੀ ਗੱਲ ਕੀਤੀ ਸੀ ਵੀ ਅਗਲਿਆਂ ਕੋਲ ਤੇ ਇੱਕ ਕਿਤਾਬ ਹੀ ਬੜੀ ਆ ਪ੍ਰੂਫ ਵਾਸਤੇ, ਆਪਣੀ ਉਹਨਾਂ ਲਾਇਬ੍ਰੇਰੀ 'ਚ ਰੱਖਣੀ ਆ। ਬਿਲਕੁਲ ਪਿਆ ਲਓ ਚੱਕੋ, ਉਹਦੀਆਂ ਕਾਪੀਆਂ ਨਹੀਂ ਬਣਾ ਸਕੇ, ਉਹਦੀਆਂ ਕਾਪੀ ਬਣਾ ਕੇ ਵੇਚ ਸਕਦੇ। ਤੁਸੀਂ ਤਾਂ ਮੋਹਰ ਲੱਗੀ, ਤੁਹਾਡੀ ਤਾਂ ਮੋਹਰ ਲੱਗੀ ਹੋਈ ਉੱਤੇ, ਤੁਸੀਂ ਤਾਂ ਛਪਾ ਕੇ, ਤੁਸੀਂ ਤਾਂ ਗੁਰੂ ਦੀ ਗੋਲਕ ਦੇ ਵਿੱਚੋਂ ਛਪਾ ਕੇ ਤੇ ਆਪਣੇ ਗੁਰੂਆਂ ਦੇ ਬਾਰੇ ਆਪ ਹੀ ਲਿਖ ਕੇ ਦਿੱਤਾ।
ਪ੍ਰੂਫ ਮੁੱਦਾ ਤੇ ਚੁੱਕਿਆ ਹੀ ਜਾਂਦਾ ਰਹਿਣਾ, ਜਾਗਦੀ ਜ਼ਮੀਰ ਇਹਨਾਂ ਤੇ ਚੁੱਕਣਾ ਹੀ ਆ। ਕੀ ਕਹਿਣਾ ਚਾਹੋਗੇ? ਵੇਖੋ, ਪਹਿਲੀ ਗੱਲ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਸਾਡੇ ਗੁਰਚਰਨ ਸਿੰਘ ਗਰੇਵਾਲ ਨੇ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ, ਗਰੇਵਾਲ ਫੈਡਰੇਸ਼ਨ ਦੇ ਮੇਰੇ ਖਿਆਲ ਅੱਜ ਵੀ ਪ੍ਰਧਾਨ, 2005 ਦੇ ਵਿੱਚ ਜਦੋਂ ਖਾਲਸਾ ਪੰਚਾਇਤ ਵਾਲੇ ਬਕਾਇਦਾ ਤੌਰ ਤੇ ਅਕਾਲ ਤਖਤ ਤੇ ਮੱਥਾ ਟੇਕ ਕੇ ਮੰਗ ਪੱਤਰ ਦੇਣਾ ਸੀ ਐਸਜੀਪੀਸੀ ਨੂੰ, ਤੇ ਇਹ ਉਹਨਾਂ ਦਾ ਵਿਰੋਧ ਕਰਨਾ ਸ਼ਾਮਲ ਸੀ ਤੇ ਆਪ ਇਹ 3 ਵੀਲਰ ਦੇ ਪਿੱਛੇ ਲੁਕਿਆ ਸੀ ਤੇ ਬੰਦਿਆਂ ਲਾਇਆ ਸੀ ਇਹਨਾਂ ਕੁੱਟੋ ਫੜ ਕੇ। ਜਿਹੜੀ ਉੱਥੇ ਅਮਰਧਾਰੀ ਸਿੰਘਾਂ ਦੀ ਬਕਾਇਦਾ ਤੌਰ ਤੇ ਬੇਇੱਜ਼ਤੀ ਕੀਤੀ ਇਹਨਾਂ ਨੇ, ਅਜੇ ਤੱਕ ਉਹ ਵੀਡੀਓ ਜਿਹੜੀ ਲੋਕਾਂ ਕੋਲ ਹੈਗੀ ਉਹ ਇਹਨਾਂ ਨੂੰ ਕੱਲ ਨੂੰ ਵਿਖਾਉਣੀਆਂ ਲੋਕਾਂ ਨੇ ਤੇ ਆਪਣੀਆਂ ਕਰਤੂਤਾਂ ਵੇਖ ਲਓ। ਹੁਣ ਇਹ ਬੰਦਾ ਗੁਰਚਰਨ ਸਿੰਘ ਗਰੇਵਾਲ, ਚਲੋ ਤੁਹਾਨੂੰ ਐਸਜੀਪੀਸੀ ਦੇ ਮੈਂਬਰ ਬਣਾ ਦਿੱਤਾ, ਗੁਰਬਖਸ਼ ਸਿੰਘ ਇੱਕ ਹੈਗਾ, 2 ਜਣੇ ਨੇ ਇਹ ਬਿਆਨ ਦੇ ਰਹੇ ਨੇ ਵੀ ਬਕਾਇਦਾ ਤੌਰ ਤੇ ਇਹ ਮਾਮਲਾ ਜਿਹੜਾ ਮੁੱਕ ਚੁੱਕਾ ਸੀ, ਇਹ ਕਿਤਾਬਾਂ 300 ਛਪਾਈਆਂ ਸੀ, ਇਹ ਵਾਪਸ ਲੈ ਲਈਆਂ ਗਈਆਂ ਸੀ ਤੇ ਬਕਾਇਦਾ ਤੌਰ ਤੇ 2008 ਦੇ ਵਿੱਚ ਬਕਾਇਦਾ ਤੌਰ ਤੇ ਐਸਜੀਪੀਸੀ ਤੇ ਜਿਹੜੀ ਸੀ ਹਾਊਸ ਦੇ ਵਿੱਚ ਜਿਹੜਾ ਸਮਤਾ ਪਾਸ ਕੀਤਾ ਸੀ, ਇਹ ਕਿਤਾਬਾਂ ਲਫ਼ਜ਼ੀ ਨੇ ਤੇ ਇਸ ਕਿਤਾਬ ਨੂੰ ਕਿਹਾ ਸੀ ਕਿ ਇਹ ਕਿਤਾਬ ਨਾ ਪੜ੍ਹੀ ਜਾਵੇ। 2 ਵਾਰੀ ਕੀਤਾ ਗਿਆ, ਇੱਕ ਵਾਰੀ 24 ਅਕਤੂਬਰ 2010 ਨੂੰ ਤੇ ਇੱਕ ਵਾਰੀ 11 ਅਗਸਤ 2018 ਨੂੰ, 2 ਵਾਰੀ ਇਹ ਮਤਾ ਪਾਇਆ ਗਿਆ। ਗਰੇਵਾਲ ਸਾਹਿਬ ਤੇ ਸਰਦਾਰ ਗੁਰਬਖਸ਼ ਸਿੰਘ ਜੀ, ਮੈਂ ਆਪਣੇ ਕੋਲ ਨਹੀਂ ਕਹਿ ਰਿਹਾ, ਰਿਕਾਰਡ ਖੜਾ ਲਿਓ, ਤੁਹਾਡੇ ਪ੍ਰਧਾਨ ਨੇ 2007 ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਬਜਟ ਇਜਲਾਸ ਹੋਇਆ ਸੀ ਮਾਰਚ ਦੇ ਵਿੱਚ, ਜਗਦੇਵ ਸਿੰਘ ਤਲਵੰਡੀ ਪ੍ਰਧਾਨ ਸਨ, ਉਹਨਾਂ ਨੇ ਕੀ ਕਿਹਾ ਸੀ? ਉਹਨਾਂ ਨੇ ਇੰਨੀ ਗੱਲ ਕਹੀ ਸੀ, ਆਹ ਜਿਹੜੇ ਮਤੇ ਪਾਸ ਕਰਦੇ ਗੱਡੀਆਂ ਦੇ ਗੱਡੇ ਪਾਸ ਕਰ ਲੋ ਜਾਂ ਕੱਖ ਨਹੀਂ ਬਣਨਾ, ਜਿੰਨਾ ਚ ਪ੍ਰੈਕਟੀਕਲ ਤੌਰ ਤੇ ਯਥਾਰਥ ਰੂਪ ਚ ਕੁਛ ਨਹੀਂ ਕਰਦੇ ਜੀ। ਹਰ ਵਾਰੀ ਤੁਸੀਂ ਮਤਾ ਪਾਸ ਕਰਦੇ ਜੀ, ਨਿੰਦਾ ਕਰਦੇ ਬਲੂਸ ਆਪਰੇਸ਼ਨ ਦੀ, ਕੁਛ ਪ੍ਰੈਕਟੀਕਲੀ ਕੀਤਾ? ਹਰ ਵੀ ਮਤਾ ਪਾਸ ਕਰਦੇ ਤੇ ਸਿੱਧੇ ਦਿੱਲੀ ਕਤਲੇਆਮ ਸਿੱਖਾਂ ਦਾ ਉਹਦੇ ਮਤਾ ਪਾਸ ਕਰਦੇ, ਕੁਛ ਕੀਤਾ ਪ੍ਰੈਕਟੀਕਲੀ ਐਸਜੀਪੀਸੀ ਨੇ? ਇਸ ਕਰਕੇ ਮੈਂ ਨਹੀਂ ਕਹਿ ਰਿਹਾ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਕਹੀ ਜੀ, ਕੀ ਤੁਹਾਡੇ ਮਤਾ ਪਾਉਣ ਨਾਲ, ਇੱਕ ਮਤਾ ਪਾਉਣ ਨਾਲ ਕੀ ਇਹ ਕਿਤਾਬਾਂ ਦਾ ਕੰਮ ਹੋ ਗਿਆ? ਕੀ ਉਹ ਵਾਪਸ ਆ ਗਈਆਂ? ਕਿਉਂ ਨਹੀਂ? ਜਿਹਨੇ ਬਕਾਇਦਾ ਤੌਰ ਤੇ ਕਿਤਾਬ ਲਿਖੀ ਆ ਉੱਤੇ ਕਾਰਵਾਈ ਕੀਤੀ ਗਈ। ਹੁਣ ਅਗਲੀ ਆ ਵੇਖੋ ਤੁਸੀਂ, ਇਹ ਕੀ ਕਹਿ ਰਹੇ ਨੇ? ਉਹਨਾਂ ਨੇ ਆਪਣੀ ਨਲਾਇਕੀ ਆਪ ਦੱਸੀ, ਇਹਨਾਂ ਨੇ ਆਪਣੇ ਪ੍ਰੈਸ ਨੋਟ 'ਚ ਕਹਿੰਦੇ ਆ ਵੀ ਕਨਿੰਗਮ ਨੇ ਕਿਤਾਬ ਲਿਖੀ ਹੈ ਇੱਕ ਦੀ ਸਿੱਖ ਹਿਸਟਰੀ, ਉਹ ਕਿਤਾਬ ਦਾ ਇਹ ਜਿਹੜਾ ਹਿੰਦੀ ਰੂਪਾਂਤਰ ਟ੍ਰਾਂਸਲੇਟ ਆ, ਇਹਦਾ ਮਤਲਬ ਸੁੱਤੇ ਰਹੇ ਤੁਸੀਂ ਜੋ ਉਹਦੀ ਕਿਤਾਬ ਲਿਖੀ ਉਹਦੇ ਵਿੱਚ ਇਹ ਕੁਛ ਲਿਖਿਆ ਉਹਨੇ, ਕਿਉਂ ਨਹੀਂ ਤੁਸੀਂ ਇਹਦਾ ਵਿਰੋਧ ਕੀਤਾ? ਅੱਜ ਵਿਰੋਧ ਕੀਤਾ ਤੁਸੀਂ ਉਹਦਾ, ਕੀ ਗਲਤ ਆ? ਆਪਣੀ ਗੱਲ ਚੰਗੀ ਕਰਦੇ ਕਰਦੇ ਸਗੋਂ ਇੱਕ ਕਲੂ ਸਾਡੇ ਪੱਤਰਕਾਰ ਨੂੰ ਹੋਰ ਦੇ ਗਏ ਵੀ ਨਹੀਂ ਭਾਈ ਅਸੀਂ ਆਪਣੇ ਕੋਲ ਲਿਖਿਆ, ਕਨਿੰਗਮ ਨੇ ਲਿਖੀ ਗੱਲ ਜਿਹੜੀ ਆ ਉਹਦੀ ਅਸੀਂ ਟ੍ਰਾਂਸਫਰ ਕੀਤੀ। ਨਹੀਂ, ਹੂਬਹੂ ਕਨਿੰਗਮ ਨੇ ਇਹ ਲਿਖਿਆ ਹੈ। ਉਸ ਵਕਤ ਜੇ ਕਨਿੰਗਮ ਨੇ ਲਿਖਿਆ ਹੁੰਦਾ, ਉਸ ਵਕਤ ਦੇ ਸਿੱਖਾਂ ਦੇ ਵਿੱਚ ਜਾਗਦੀ ਜ਼ਮੀਰ ਸੀ। ਕਨਿੰਗਮ ਨੇ ਠੀਕ ਹੈ ਦੁੱਧ ਚ ਕਾਂਜੀ ਪਾਈ ਆ, ਪੜ੍ਹਿਆ, ਮੇਰੇ ਕੋਲ ਸਾਰੀਆਂ ਕਿਤਾਬਾਂ ਹੈਗੀਆਂ ਨੇ, ਇਹਦੇ ਵਿੱਚ ਹਵਾਲੇ ਸਿੱਖ ਇਤਿਹਾਸ ਦੇ ਪੰਨੇ ਜਦੋਂ ਅਸੀਂ ਕਰਦੇ ਸਾਂ। ਗੱਲ ਇਹ ਹੈ ਕਿ ਮੂੰਹ ਚੋਂ ਲਫ਼ਜ਼ ਤਾਂ ਕਰਕੇ ਨਹੀਂ ਰੁਕਦੇ ਜਦੋਂ ਆਉਂਦੇ ਨੇ, ਕਿਉਂਕਿ ਪੜ੍ਹਿਆ ਜੋ ਤੇ ਪ੍ਰੂਫ ਨੇ, ਸਬੂਤ ਨੇ, ਫੇਰ ਗੱਲ ਕਰਦੇ ਆ। ਇਹਨਾਂ ਨੂੰ ਪੁੱਛੋ ਕਿ ਅਸੀਂ ਜਿੱਦਣ ਬੀਬੀ ਜਗੀਰ ਕੌਰ ਸੀ ਪ੍ਰਧਾਨ ਤੇ ਜਿੱਦਣ ਇਹ ਕਿਤਾਬ ਦਾ ਰੌਲਾ ਪਿਆ ਸੀ, ਉਦੋਂ ਅਸੀਂ ਪੁੱਛਿਆ ਸੀ, ਅੱਜ ਤੋਂ ਕਈ ਵਰੇ ਪਹਿਲਾਂ ਬੀਬੀ ਜੀ ਪਹਿਲੀ ਵਾਰੀ ਆਈ ਥਿੰਕ ਪ੍ਰਧਾਨ ਬਣੀ, ਰੌਲਾ ਪਿਆ ਸੀ ਬੀਬੀ ਜੀ ਸਾਰੀਆਂ ਕਿਤਾਬਾਂ ਵਾਪਸ ਲੈਣੀਆਂ ਗਿਣ ਕੇ, ਕੀ ਜਿਨ੍ਹਾਂ ਨੇ ਛਪਾਇਆ ਵਾ ਜਾਂ ਜਿਨ੍ਹਾਂ ਨੇ ਲਿਖਿਆ ਕਾਰਵਾਈ ਹੋਊਗੀ, ਇਹੋ ਜਿਹੀ ਲੈ ਲਈਆਂ ਹੋਣਗੀਆਂ ਸਾਰੀਆਂ। ਮੈਂ ਕਿਹਾ ਬੀਬੀ ਜੀ ਇੱਕ ਵੀ ਕਿਤਾਬ ਉਸ ਵਕਤ ਮੈਂ ਕਿਹਾ ਇੱਕ ਵੀ ਕਿਤਾਬ ਅਗਲਿਆਂ ਨੂੰ ਹਵਾਲੇ ਵਾਸਤੇ ਬਹੁਤ ਅਹਿਮ ਆ, ਬਹੁਤ ਵਧੀਆ ਉਹਨਾਂ ਕੋਲੋਂ, ਬਹੁਤ ਆ, ਇਨਫ ਆ। ਆਉਣ ਵਾਲੀ ਤੁਹਾਡੀ ਜਨਰੇਸ਼ਨ ਨੂੰ ਜਵਾਬ ਦੇਣਾ ਪਊਗਾ ਕਿ ਤੁਹਾਡੇ ਤੁਸੀਂ ਆਹ ਕਹਿੰਦੇ ਹੋ, ਤੁਹਾਡਾ ਤੇ ਬਾਪੂ ਆਹ ਸੀ, ਫਿਰ ਹੋਣਗੇ ਨਾ ਜੁੰਡਿਓ ਜੁੰਡੀ ਹੋਣਗੇ। ਹੁਣ ਸ਼ਾਂਤਮਈ ਤਰੀਕੇ ਨਾਲ ਕਹਿ ਰਹੇ ਤੇ ਤੁਸੀਂ ਕਹਿ ਰਹੇ ਹੋ ਜੀ ਮੁੱਦਾ ਠਾ ਰਹੇ ਨੇ।
ਹੁਣ ਅਗਲੀ ਗੱਲ ਜੀ, ਇਹ ਕੀ ਕਹਿ ਰਹੇ ਨੇ? ਇਹ ਕਹਿੰਦੇ ਬਲਦੇਵ ਸਿੰਘ ਸਿਰਸੇ ਨੇ ਇਸ ਕਿਤਾਬ ਨੂੰ ਲੈ ਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 2006 ਚ ਕੇਸ ਕੀਤਾ ਜੀ, ਤੇ ਜਿਹੜੇ ਉੱਥੇ ਤੁਹਾਡੇ ਸਿੱਪਾ ਸਾਹਿਬ ਬੈਠੇ ਉਹਨਾਂ ਨੇ ਰੱਦ ਕਰਤਾ 2013 ਦੇ ਵਿੱਚ। ਉਹਨਾਂ ਨੇ ਕਰਨਾ ਹੀ ਕਰਨਾ ਸੀ, ਉਹ ਤੁਹਾਡੇ ਖਿਲਾਫ ਕਿਉਂ ਬੋਲਣਗੇ? ਉਹ ਤੁਹਾਡੇ ਨੇ। ਅੱਜ ਤੱਕ ਇਹ 10 ਦਿਨ ਕੋਈ ਇਤਿਹਾਸਕ ਫੈਸਲਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਕੀਤਾ ਹੋਵੇ, ਕਿਉਂਕਿ ਉਹਦਾ ਕਾਰਨ ਕੀ ਹੈ? ਉਹਦੇ ਵਿੱਚ ਪੈਨਲ ਜਾਂਦਾ ਵਾ 2 ਮੈਂਬਰ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਆਉਂਦੇ ਤੇ ਜਿਹੜਾ ਇੱਕ ਚੇਅਰਮੈਨ ਹੁੰਦਾ ਉਹ ਬਕਾਇਦਾ ਤੌਰ ਤੇ ਸਰਕਾਰ ਅਪਾਇੰਟ ਕਰਦੀ ਹੈ ਜੀ। ਸਰਕਾਰ ਵੀ ਤੁਹਾਡੀ ਤੇ ਸ਼੍ਰੋਮਣੀ ਕਮੇਟੀ ਤੁਹਾਡੀ ਤੇ ਸਭ ਕੁਝ ਤੁਹਾਡਾ, ਤੁਹਾਡੇ ਖਿਲਾਫ ਕਿਵੇਂ ਬੋਲਣਗੇ? ਛੁਪਾਇਆ ਵੀ ਤੁਸੀਂ, ਛੁਪਾਇਆ ਤੁਸੀਂ, ਉਹ ਰੱਦ ਨਾ ਕਰਨਗੇ, ਕੀ ਕਰਨਗੇ? ਉਹ ਤਾਂ ਹਵਾਲਾ ਦੇਣਗੇ ਕਿ ਐਸਜੀਪੀਸੀ ਨੇ ਮਤਾ ਪਾਤਾ ਜੀ, ਐਸਜੀਪੀਸੀ ਨੇ ਮਾਫੀ ਮੰਗ ਲਈ, ਗੱਲ ਹੋ ਗਈ। ਇਸ ਕਰਕੇ ਚਾਵਲਾ ਸਾਹਿਬ ਆਪਣੀ ਗੱਲ ਜਿਹੜੀ ਕਨਿੰਗ ਵਾਲੀ ਗੱਲ, ਉਹ ਮੈਨੂੰ ਘੱਟੋ ਘੱਟ ਨਹੀਂ ਕਿਦਾਂ ਵੀ ਦੇ ਕੇ ਗੱਲ ਕਰਨ ਵਾਸਤੇ ਕਿ ਕਨਿੰਗਮ ਨੇ ਆਪਣੀ ਜਿਹੜੀ ਕਿਤਾਬ ਸੀ ਦੀ ਹਿਸਟਰੀ ਆਫ ਸਿੱਖਸ, ਦਾ ਹਿਸਟਰੀ ਆਫ ਸਿੱਖਸ, ਉਹਦੇ ਵਿੱਚ ਗੱਲਾਂ ਸਾਰੀਆਂ ਲਿਖੀਆਂ ਨੇ। ਇਹ ਲਿਖਿਆ ਤੇ ਤੁਸੀਂ ਸੁੱਤੇ ਕਿੱਥੇ ਹੋ? ਦੱਸੋ ਨਾ ਇਹ ਹਾਲ ਲੋਕਾਂ ਦਾ। ਘੱਟੋ ਘੱਟੇ ਹੋਈ ਇਹਨਾਂ ਦੇ ਨਾ ਬਟ ਸਾਹਿਬ ਵਾਈਂਡ ਅਪ ਕਰਦੇ ਆ, ਤੁਸੀਂ ਕਰ ਲਓ ਪੂਰੀ ਗੱਲ। ਨਹੀਂ, ਉਹੀ ਗੱਲ ਕਰਨੀ ਸੀ। ਹੁਣ ਉਹਨੇ ਸੱਚਾਂ ਨੇ ਸਿਰਫ ਹਵਾਲੇ ਤੌਰ ਤੇ ਵੀ ਆ ਵੇਖੋ ਐਸਜੀਪੀਸੀ ਨੇ ਵੀ ਕਿਤਾਬ ਛਪਾਈ ਸੀ ਇਹਨਾਂ ਤੇ। ਫਿਰ ਨਾ ਉਹ ਗੱਲ ਇਹਨਾਂ ਤੇ ਉਹ ਗੱਲ ਢੁਕਦੀ ਆ, ਉਹ ਕਹਿੰਦੇ ਹੁੰਦੇ ਕਿ ਲੰਗਰ ਦੀਆਂ ਰੋਟੀਆਂ 3 ਕੰਮ ਕਰਿੰਦੀਆਂ, ਹੱਡ ਭੰਨਣ, ਮੱਤ ਮਾਰਨ ਤੇ ਕੰਮ ਕਰਨਾ ਦਿੰਦੀਆਂ। ਹੁਣ ਜਿਹਨਾਂ ਨੇ ਧੌੜੀ ਦਾ ਪ੍ਰਸ਼ਾਦ ਛਕਣਾ ਸਵੇਰੇ ਸ਼ਾਮ, ਲੰਗਰ ਦਾ ਪ੍ਰਸ਼ਾਦਾ ਆਉਣਾ ਉੱਥੇ ਵੱਡੇ ਸਾਰੇ ਆਪਣੇ ਆਫਿਸ ਦੇ ਵਿੱਚ ਆਲੀਸ਼ਾਨ ਦੇਸੀ ਘਿਓ ਦਾ ਲਾ ਕੇ ਤੜਕਾ, ਫਿਰ ਭੁੱਕੀਆਂ ਹੀ ਚੜਨੀਆਂ। ਜੇ ਚੰਗੀ ਚੀਜ਼ ਆ ਗਈ ਤਾਂ ਪਹਿਲਾਂ ਇਹਨਾਂ ਛਕਣੀ ਆ। ਤੇ ਜੇ ਕਨਿੰਗਮ ਨੇ ਲਿਖਿਆ ਤੇ ਸੁੱਤੇ ਕਿਉਂ ਰਹੇ? ਸੁੱਤੇ ਕਿਉਂ ਰਹੇ? ਗੱਲ ਤੇ ਸੁੱਤੇ ਕਰੋ ਫਿਰ। ਪਹਿਲੀ ਗੱਲ ਤਾਂ ਕਨਿੰਗਮ ਨੇ ਇੰਨਾ ਜਾ ਕੇ ਤੇ ਲਿਖਿਆ ਹੀ ਨਹੀਂ ਹੋਣਾ ਜੋ ਕਰੂਰਤਾ ਇਹਦੇ ਵਿੱਚ ਲਿਖੀ ਆ, ਜਾਂ ਜਿਹੜੀ ਹੁਣ ਪੜ੍ਹਾਈ ਜਾ ਰਹੀ ਹੈ ਤੁਹਾਡੇ ਬਾਹਰ ਵੀ ਕਲਾਸ ਵੇਖਣਾ, ਕਿਤਾਬ ਦੀ ਵੇਖਣਾ ਕੀ ਲਿਖਿਆ। ਚਲੋ ਪੜ੍ਹੋ, ਫਿਰ ਆਪਾਂ ਕਰਦੇ ਹਾਂ ਗੱਲ। ਤੁਹਾਡਾ ਧੰਨਵਾਦ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।